ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ SK ਸਟੱਡੀ ਪੁਆਇੰਟਸ ਦੇ ਉੱਪਰ। ਤੇ ਅੱਜ ਆਪਾਂ ਗੱਲ ਕਰਾਂਗੇ ਮੌਰਿਆ ਅਤੇ ਸ਼ੋਂਗ ਕਾਲ ਦੇ ਬਾਰੇ ਵਿੱਚ। ਪਿਛਲੀ ਵੀਡੀਓ ਵਿੱਚ ਆਪਾਂ ਬੁੱਧਿਜ਼ਮ ਤੇ ਜੈਨਿਜ਼ਮ ਦੇ ਬਾਰੇ ਵਿੱਚ ਗੱਲ ਕੀਤੀ ਸੀ ਤੇ ਨਾਲ ਹੀ ਗੱਲ ਕੀਤੀ ਸੀ ਕਿ ਜਿਹੜੇ ਵੰਸ਼ ਹੋਏ ਨੇ ਮੌਰਿਆ ਕਾਲ ਤੋਂ ਪਹਿਲਾਂ, ਜਿਵੇਂ ਨੰਦ ਵੰਸ਼ ਦੀ ਗੱਲ ਕੀਤੀ ਗਈ ਸੀ ਜਾਂ ਫਿਰ ਹਰਿਕ ਵੰਸ਼ ਦੀ ਗੱਲ ਕੀਤੀ ਸੀ। ਤੇ ਇਹਦੇ ਵਿੱਚ ਅੱਜ ਆਪਾਂ ਜਿਹੜਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਰਿਆ ਕਾਲ ਦੇ ਬਾਰੇ ਵਿੱਚ, ਤੇ ਉਸ ਤੋਂ ਬਾਅਦ ਗੱਲ ਕਰਾਂਗੇ ਸ਼ੋਂਗ ਕਾਲ ਦੇ ਬਾਰੇ ਵਿੱਚ। ਮੌਰਿਆ ਕਾਲ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਚੌਥੀ ਸ਼ਤਾਬਦੀ ਈਸਵੀ ਪੂਰਵ ਦੇ ਜਿਹੜਾ ਅੰਤਿਮ ਟਾਈਮ ਤੇ ਜਿਹੜਾ ਸਾਮਰਾਜ ਹੈਗਾ ਇਹਦੀ ਸਥਾਪਨਾ ਹੁੰਦੀ ਹੈ ਤੇ ਇਹਦੇ ਨਾਲ ਹੀ ਜਿਹੜਾ ਭਾਰਤ ਦੇ ਵਿੱਚ ਇੱਕ ਨਵਾਂ ਯੁੱਗ ਸ਼ੁਰੂ ਹੁੰਦਾ ਹੈ। ਜੇ ਆਪਾਂ ਗੱਲ ਕਰੀਏ ਇਹਦੀ ਸਿਕੰਦਰ ਦੇ ਹਮਲੇ ਦੀ, ਜਿਹੜਾ ਕਿ ਯੂਨਾਨ ਦਾ ਜੇਤੂ ਸੀਗਾ, ਉਸਨੇ 326 ਈਸਵੀ ਪੂਰਵ ਦੇ ਵਿੱਚ ਭਾਰਤ ਦੇ ਉੱਪਰ ਹਮਲਾ ਕੀਤਾ ਸੀ। ਤੇ ਜਿਹੜਾ ਮਕਦੂਨੀਆ ਦਾ ਜਿਹੜਾ ਨਿਵਾਸੀ ਸੀਗਾ, ਜਾਂ ਫਿਰ ਯੂਨਾਨ ਦਾ ਮਹਾਨ ਜੇਤੂ ਆਪਾਂ ਕਹਿ ਸਕਦੇ ਹਾਂ ਇਸ ਨੂੰ, ਉਸਨੇ ਜਦੋਂ ਭਾਰਤ 'ਤੇ ਹਮਲਾ ਕੀਤਾ ਤਾਂ ਜਿਹੜਾ ਉਸ ਟਾਈਮ 'ਤੇ ਉਹ ਜਿਹੜਾ ਸੀਗਾ ਬਿਆਸ ਨਦੀ ਤੱਕ ਪੰਜਾਬ ਦੇ ਉੱਤਰ ਪੱਛਮੀ ਜਿਹੜਾ ਭਾਗ ਹੈਗਾ, ਜਿਵੇਂ ਆਪਾਂ ਮੈਪ ਦੇ ਥਰੂ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਜਿਹੜਾ ਇਹ ਕੁਛ ਭਾਰਤ ਦਾ ਇਸ ਤਰ੍ਹਾਂ ਦਾ ਮੈਪ ਹੈਗਾ ਏ। ਤੇ ਇਹਦੇ ਵਿੱਚ ਜਿਹੜੀ ਇਹ ਵਾਲੀ ਸਾਈਡ ਹੈਗੀ ਹੈ, ਇਹਦੇ ਉੱਤਰ ਪੱਛਮ ਵਾਲਾ ਹਿੱਸਾ ਹੈਗਾ ਏ, ਤੇ ਇੱਥੇ ਨੇ ਭਾਰਤ ਦੇ ਉੱਪਰ ਜਿਹੜਾ ਹਮਲਾ ਕੀਤਾ ਸੀ। ਤੇ ਇਥੋਂ ਬਾਅਦ ਇਹ ਜਿਹੜਾ ਇੱਥੋਂ ਦੇ ਜਿੰਨੇ ਵੀ ਰਾਜੇ ਹੋਏ ਨੇ ਉਹਨਾਂ ਨੂੰ ਹਰਾਉਂਦੇ ਹੋਇਆ ਅੱਗੇ ਆਉਂਦਾ ਹੈਗਾ ਏ। ਇਸ ਤੋਂ ਬਾਅਦ ਉਹ ਤਕਸ਼ਿਲਾ ਦਾ ਜਿਹੜਾ ਰਾਜਾ ਹੈਗਾ ਹੈ, ਰਾਜਾ ਅੰਬੀ, ਉਸ 'ਤੇ ਵੀ ਹਮਲਾ ਕਰਦਾ ਹੈ। ਆਪਾਂ ਦੇਖਿਆ ਕਿ ਜਿਹੜਾ ਤਕਸ਼ਿਲਾ ਹੈਗਾ ਹੈ ਉਸ ਟਾਈਮ ਦਾ ਜਿਹੜਾ ਮਹਾ ਵਿਸ਼ਵਵਿਦਿਆਲਯ ਤਕਸ਼ਿਲਾ ਦੇ ਵਿੱਚ ਮੌਜੂਦ ਸੀਗਾ, ਤੇ ਪਾਕਿਸਤਾਨ ਦੀ ਇਸਲਾਮਾਬਾਦ ਦੇ ਨੇੜੇ ਜਿਹੜਾ ਮੌਜੂਦ ਹੈਗਾ ਏ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਿਹੜਾ ਰਾਜਾ ਅੰਬੀ ਹੈਗਾ ਹੈ ਉਸਨੇ ਬਿਨਾਂ ਯੁੱਧ ਕੀਤੇ ਹੀ ਜਿਹੜਾ ਉਹਦੇ ਨਾਲ ਸੰਧੀ ਵਗੈਰਾ ਕਰ ਲਈ ਸੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਨਾਲ ਸਮਝੌਤਾ ਕਰ ਲਿਆ ਸੀ, ਤੇ ਜਿਹੜਾ ਤੋਹਫੇ ਵਗੈਰਾ ਕਾਫੀ ਉਹਦੇ ਲਈ ਲੈ ਕੇ ਉੱਥੇ ਜਿਹੜਾ ਪੇਸ਼ ਹੋਇਆ ਸੀ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪੋਰਸ ਦੇ ਬਾਰੇ ਵਿੱਚ। ਪੋਰਸ ਜੋ ਹੈਗਾ ਹੈ ਉਹਨੇ ਸਿਕੰਦਰ ਦਾ ਡਟ ਕੇ ਮੁਕਾਬਲਾ ਕੀਤਾ, ਪਰ ਕਿਤੇ ਨਾ ਕਿਤੇ ਉਹਨੂੰ ਜਿਹੜਾ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ਸਿਕੰਦਰ ਦੇ ਦੁਆਰਾ। ਸਿਕੰਦਰ ਜਿਹੜਾ ਹੈਗਾ ਏ ਉਹ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਦੋਂ ਅੱਗੇ ਪੰਜਾਬ ਵੱਲ ਵਧਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੰਜਾਬ ਦੇ ਜਿਹੜੇ ਲੋਕ ਸੀ ਉਹਨਾਂ ਦੀ ਬਹਾਦਰੀ ਤੋਂ ਜਿਹੜੇ ਸਿਕੰਦਰ ਦੇ ਸੈਨਿਕ ਹੈਗੇ ਨੇ ਉਹ ਡਰ ਦੇ ਮਾਰੇ ਜਿਹੜਾ ਅੱਗੇ ਨਹੀਂ ਆਉਂਦੇ, ਕਿਉਂਕਿ ਪਿੱਛੇ ਵੀ ਉਹਨਾਂ ਨੇ ਕਾਫੀ ਸਾਰੇ ਯੁੱਧ ਕੀਤੇ ਹੁੰਦੇ ਨੇ, ਤੇ ਜਿਹੜੀ ਲਗਾਤਾਰ ਯਾਤਰਾ ਦੇ ਬਾਵਜੂਦ ਉਹ ਜਿਹੜਾ ਥੱਕ ਜਾਂਦੇ ਨੇ, ਤੇ ਉਹ ਬਿਆਸ ਨਦੀ ਨੂੰ ਪਾਰ ਕਰਨ ਦੀ ਬਜਾਏ ਉੱਥੋਂ ਵਾਪਸ ਮੁੜ ਜਾਣਾ ਜਿਹੜਾ ਚੰਗਾ ਸਮਝਦਾ ਹੈ ਸਿਕੰਦਰ, ਕਿਉਂਕਿ ਜੇ ਉਹਦੀ ਸੈਨਾ ਉਹਦਾ ਸਾਥ ਨਹੀਂ ਦੇਵੇਗੀ ਤਾਂ ਫਿਰ ਉਹ ਇਕੱਲਾ ਯੁੱਧ ਜਿਹੜਾ ਨਹੀਂ ਕਰ ਸਕੇਗਾ। ਇੱਥੇ ਆਪਾਂ ਇਹ ਵੀ ਦੇਖਾਂਗੇ ਕਿ ਜਿਹੜਾ ਸਿਕੰਦਰ ਦੇ ਹਮਲੇ ਦੇ ਟਾਈਮ ਤੇ ਜਿਹੜਾ ਭਾਰਤ ਸੀਗਾ ਉਹ ਕਈ ਛੋਟੇ-ਛੋਟੇ ਰਾਜਾਂ ਦੇ ਵਿੱਚ ਵੰਡਿਆ ਹੋਇਆ ਸੀ, ਤੇ ਇਸ ਟਾਈਮ ਤੇ ਜਿਹੜਾ ਜਦੋਂ ਸਿਕੰਦਰ ਨੇ ਭਾਰਤ ਉੱਪਰ ਹਮਲਾ ਕੀਤਾ ਸੀ ਤਾਂ ਉਸ ਟਾਈਮ ਤੇ ਜਿਹੜਾ ਨੰਦ ਵੰਸ਼ ਜਿਹੜਾ ਉਸ ਟਾਈਮ ਦੇ ਭਾਰਤ ਦੇ ਵਿੱਚ ਚੱਲ ਰਿਹਾ ਸੀ, ਜਾਂ ਫਿਰ ਆਪਾਂ ਗੱਲ ਕਰੀਏ ਤਾਂ ਮਗਧ ਦੇ ਵਿੱਚ ਉਹ ਜਿਹੜਾ ਨੰਦ ਵੰਸ਼ ਦਾ ਰਾਜ ਸੀਗਾ। ਉਸ ਤੋਂ ਬਾਅਦ ਨੰਦ ਵੰਸ਼ ਦਾ ਖਾਤਮਾ ਕਰਨ ਤੋਂ ਬਾਅਦ ਚੰਦਰਗੁਪਤ ਮੌਰਿਆ ਜਿਹੜਾ ਹੈਗਾ ਏ ਉਹ ਮੌਰਿਆ ਸਾਮਰਾਜ ਦੀ ਸਥਾਪਨਾ ਕਰਦਾ ਹੈ, ਤੇ ਇਹਦੇ ਵਿੱਚ ਉਹਦਾ ਜਿਹੜਾ ਗੁਰੂ ਹੈਗਾ ਏ ਚਾਣਕਿਆ ਜੋ ਹੈਗੇ ਨੇ, ਜਿਨ੍ਹਾਂ ਦਾ ਆਪਾਂ ਚਿੱਤਰ ਦੇਖ ਰਹੇ ਹਾਂ, ਉਹਨਾਂ ਨੇ ਉਸਦੀ ਸਹਾਇਤਾ ਕੀਤੀ, ਤੇ 321 ਈਸਵੀ ਪੂਰਵ ਦੇ ਜਿਹੜਾ ਲਗਭਗ ਨੰਦ ਵੰਸ਼ ਜਿਹੜਾ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ, ਤੇ ਭਾਰਤ ਦੇ ਵਿੱਚ ਜਾਂ ਫਿਰ ਆਪਾਂ ਗੱਲ ਕਰੀਏ ਮਗਧ ਦੇ ਵਿੱਚ ਜਿਹੜਾ ਮੌਰਿਆ ਵੰਸ਼ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਏ। ਇਸ ਤੋਂ ਬਾਅਦ ਆਪਾਂ ਇੱਕ ਕੁਐਸਚਨ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਵੰਸ਼ ਕੀ ਹੁੰਦਾ ਹੈਗਾ। ਇਹ ਵੰਸ਼ ਦੇ ਵਿੱਚ ਜਿਹੜਾ ਇੱਕ ਹੀ ਪਰਿਵਾਰ ਜਿਹੜਾ ਲਗਾਤਾਰ ਰਾਜ ਕਰਦਾ ਆ ਰਿਹਾ ਹੈ। ਜਿਵੇਂ ਜੇ ਆਪਾਂ ਮੌਰਿਆ ਸਾਮਰਾਜ ਮੌਰਿਆ ਵੰਸ਼ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਚੰਦਰਗੁਪਤ ਮੌਰਿਆ ਦੇਖਣ ਨੂੰ ਮਿਲਦੇ ਨੇ। ਉਸ ਤੋਂ ਬਾਅਦ ਬਿੰਦੂਸਾਰ ਆਉਂਦੇ ਨੇ, ਜਾਂ ਉਸ ਤੋਂ ਵੀ ਬਾਅਦ ਫਿਰ ਅੱਗੇ ਚੱਲ ਕੇ ਜਿਹੜਾ ਅਸ਼ੋਕ ਆਉਂਦਾ ਹੈ, ਤੇ ਉਸ ਤੋਂ ਬਾਅਦ ਜਿਹੜਾ ਇਸੇ ਤਰ੍ਹਾਂ ਹੀ ਜਿਹੜੇ ਅੱਗੇ ਉਹਨਾਂ ਦੇ ਉੱਤਰਾਧਿਕਾਰੀ ਆਉਂਦੇ ਜਾਂਦੇ ਨੇ, ਤੇ ਐਂਡ ਤੇ ਜਿਹੜਾ ਬ੍ਰਿਹਦਰਥ ਹੈਗਾ ਹੈ ਉਹਦੇ ਟਾਈਮ ਤੱਕ ਜਿੰਨਾ ਵੀ ਇਹ ਚੱਲਦਾ ਹੈਗਾ ਮੌਰਿਆ ਚੰਦਰਗੁਪਤ ਮੌਰਿਆ ਤੋਂ ਲੈ ਕੇ ਬ੍ਰਿਹਦਰਥ ਤੱਕ ਜਿਹੜਾ ਹੈਗਾ ਇਹ ਮੌਰਿਆ ਵੰਸ਼ ਚੱਲਦਾ ਹੈ। ਤੇ ਇਸੇ ਵਿੱਚ ਆਪਾਂ ਦੇਖਾਂਗੇ ਜਿਹੜਾ ਇੱਕੋ ਹੀ ਪਰਿਵਾਰ ਦੇ ਮੈਂਬਰ ਨੇ ਜਿਹੜੇ ਲਗਾਤਾਰ ਜਿਹੜੀ ਪੀੜ੍ਹੀ ਦਰ ਪੀੜ੍ਹੀ ਰਾਜ ਕਰਦੇ ਚਲੇ ਆਉਂਦੇ ਨੇ, ਤੇ ਉਸ ਨੂੰ ਬੋਲਦੇ ਨੇ ਵੰਸ਼। ਇਸ ਕਾਲ ਦੀਆਂ ਆਪਾਂ ਦੋ ਪੁਸਤਕਾਂ ਦੀ ਗੱਲ ਕਰਾਂਗੇ ਜਿਨ੍ਹਾਂ ਤੋਂ ਜਿਹੜਾ ਮੌਰਿਆ ਸਾਮਰਾਜ ਦੇ ਇਤਿਹਾਸ ਦੇ ਬਾਰੇ ਵਿੱਚ ਜਾਣਕਾਰੀ ਮਿਲਦੀ ਹੈਗੀ ਹੈ। ਪਹਿਲੀ ਹੈਗੀ ਹੈ ਅਰਥ ਸ਼ਾਸਤਰ, ਜਿਨ੍ਹਾਂ ਨੂੰ ਲਿਖਿਆ ਹੈਗਾ ਹੈ ਕੌਟਿਲਯ ਦੁਆਰਾ। ਕੌਟਿਲਯ ਦਾ ਜਿਹੜਾ ਦੂਸਰਾ ਨਾਮ ਹੈਗਾ ਹੈ ਚਾਣਕਿਆ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ, ਤੇ ਨਾਲ ਹੀ ਉਹਨਾਂ ਦਾ ਇੱਕ ਹੋਰ ਨਾਮ ਹੈਗਾ ਹੈ ਜਿਹੜਾ ਹੈਗਾ ਕਿ ਵਿਸ਼ਨੂਗੁਪਤ। ਜਿਹੜੇ ਚਾਣਕਿਆ ਹੈਗੇ ਨੇ ਜਾਂ ਕੌਟਿਲਯ ਜਿਨ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ, ਉਸ ਟਾਈਮ ਤੇ ਜਦੋਂ ਸਿਕੰਦਰ ਦਾ ਹਮਲਾ ਹੁੰਦਾ ਹੈ ਜਾਂ ਫਿਰ ਜਿਹੜਾ ਨੰਦ ਵੰਸ਼ ਦਾ ਅੰਤ ਕੀਤਾ ਜਾਂਦਾ ਹੈ, ਉਸ ਟਾਈਮ ਤੇ ਤਕਸ਼ਿਲਾ ਦੇ ਜਿਹੜਾ ਵਿਸ਼ਵਵਿਦਿਆਲਯ ਸੀਗਾ ਉਸ ਟਾਈਮ ਦਾ ਤਕਸ਼ਿਲਾ, ਉੱਥੇ ਟੀਚ ਵੀ ਕਰਦੇ ਸੀਗੇ। ਤੇ ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਚੰਦਰਗੁਪਤ ਨੂੰ ਮਗਧ ਦਾ ਰਾਜਾ ਬਣਾਉਣ ਦੇ ਵਿੱਚ ਵੀ ਜਿਹੜਾ ਚਾਣਕਿਆ ਦਾ ਰੋਲ ਹੈਗਾ ਏ, ਉਹ ਆਪਾਂ ਨੂੰ ਸਭ ਤੋਂ ਮਹੱਤਵਪੂਰਨ ਰੋਲ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ। ਇਸ ਤੋਂ ਬਾਅਦ ਚਾਣਕਿਆ ਜਿਹੜਾ ਹੈਗਾ ਉਹ ਮੌਰਿਆ ਸਾਮਰਾਜ ਦਾ ਪ੍ਰਧਾਨ ਮੰਤਰੀ ਵੀ ਬਣ ਜਾਂਦੇ ਨੇ। ਤੇ ਜਿਹੜਾ ਅਰਥ ਸ਼ਾਸਤਰ ਤੋਂ ਹੀ ਜਿਹੜੇ ਆਪਾਂ ਨੂੰ ਮੌਰਿਆ ਸਾਮਰਾਜ ਦਾ ਜਿਹੜਾ ਰਾਜ ਪ੍ਰਬੰਧ ਹੈਗਾ ਏ ਉਹਦੇ ਬਾਰੇ ਵਿੱਚ ਵੀ ਪੂਰੀ ਜਾਣਕਾਰੀ ਮਿਲਦੀ ਹੈ। ਜੇ ਆਪਾਂ ਮੇਨਲੀ ਗੱਲ ਕਰੀਏ ਅਰਥ ਸ਼ਾਸਤਰ ਦੇ ਬਾਰੇ ਵਿੱਚ, ਤੇ ਜਿਹੜੀ ਪੁਸਤਕ ਹੈਗੀ ਹੈ ਇਹ ਰਾਜਨੀਤੀ ਦੇ ਨਾਲ ਹੀ ਸੰਬੰਧਿਤ ਹੈਗੀ ਹੈ, ਨਾ ਕਿ ਅਰਥ ਸ਼ਾਸਤਰ ਨਾਲ ਸੰਬੰਧਿਤ। ਜਿਵੇਂ ਇਹਨਾਂ ਦਾ ਨਾਮ ਹੈਗਾ ਏ, ਇਹਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਹਾਲਾਂਕਿ ਜਿਹੜੀ ਬੁੱਕ ਹੈਗੀ ਹੈ ਸਾਰੀ ਰਾਜਨੀਤੀ ਦੇ ਨਾਲ ਹੀ ਸੰਬੰਧਿਤ ਹੈਗੀ। ਜੇ ਆਪਾਂ ਦੂਸਰੀ ਪੁਸਤਕ ਦੀ ਗੱਲ ਕਰੀਏ ਜਿਹੜੀ ਕਿ ਹੈਗੀ ਹੈ ਇੰਡਿਕਾ, ਇਸ ਦੀ ਜਿਹੜੀ ਰਚਨਾ ਕੀਤੀ ਗਈ ਸੀ ਉਹ ਮੈਕਸਨੀਜ਼ ਦੁਆਰਾ ਕੀਤੀ ਗਈ ਸੀ। ਮੈਕਸਨੀਜ਼ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਚੰਦਰਗੁਪਤ ਦੇ ਦਰਬਾਰ ਵਿੱਚ ਇੱਕ ਯੂਨਾਨੀ ਰਾਜਦੂਤ ਸੀਗਾ, ਜਿਹੜਾ ਕਿ
ਸੈਲਿਊਕਸ ਨਿਕਾਤਰ ਦੁਆਰਾ ਭੇਜਿਆ ਗਿਆ ਸੀ, ਤੇ ਇਹ ਜਿਹੜਾ ਚੰਦਰਗੁਪਤ ਦੇ ਦਰਬਾਰ ਵਿੱਚ ਇਹਨਾਂ ਦਾ ਦਰਬਾਰੀ ਸੀਗਾ। ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਜਿਹੜਾ ਅਸ਼ੋਕ ਹੈਗਾ ਏ ਉਹਦੇ ਦੁਆਰਾ ਵੱਡੇ ਵੱਡੇ ਪੱਥਰਾਂ ਦੇ ਉੱਤੇ ਜਾਂ ਪੱਥਰਾਂ ਦੇ ਸਤੰਭਾਂ ਦੇ ਉੱਤੇ ਜਿਹੜੇ ਸ਼ਿਲਾਲੇਖ ਲਿਖਵਾਏ ਗਏ ਸੀ। ਇਹਨਾਂ ਤੋਂ ਜਿੰਨਾ ਵੀ ਆਪਾਂ ਆਪਾਂ ਅਸ਼ੋਕ ਦੇ ਇਤਿਹਾਸ ਦੀ ਗੱਲ ਕਰਾਂਗੇ, ਉਹ ਸਾਰਾ ਅਸ਼ੋਕ ਦਾ ਇਤਿਹਾਸ ਆਪਾਂ ਨੂੰ ਇਹਨਾਂ ਸ਼ਿਲਾਲੇਖਾਂ ਦੁਆਰਾ ਹੀ ਆਪਣੇ ਸਾਹਮਣੇ ਆਉਂਦਾ ਹੈਗਾ ਏ। ਤੇ ਜਿਹੜੇ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਅਸ਼ੋਕ ਦੀਆਂ ਜਿਹੜੀਆਂ ਰਾਜ ਆਗਿਆਵਾਂ ਸੀਗੀਆਂ ਉਹ ਵੀ ਇਹਨਾਂ ਦੇ ਉੱਪਰ ਖੁਦਵਾਈਆਂ ਜਾਂਦੀਆਂ ਸੀ, ਜਾਂ ਫਿਰ ਆਪਾਂ ਕਹਿ ਲਈਏ ਕਿ ਜਿੰਨੇ ਵੀ ਉਹਦੇ ਦੁਆਰਾ ਆਦੇਸ਼ ਜਾਰੀ ਕੀਤੇ ਜਾਂਦੇ ਸੀ ਜਾਂ ਸਮਾਜ ਭਲਾਈ ਨਾਲ ਸੰਬੰਧਿਤ ਜਿੰਨੇ ਵੀ ਕਾਰਜ ਜਿਹੜੇ ਕੀਤੇ ਜਾਂਦੇ ਸੀ ਉਹ ਸਾਰੇ ਇਹਨਾਂ ਦੇ ਉੱਪਰ ਖੁਦਵਾਈ ਜਾਂਦੀ ਸੀ, ਤਾਂ ਕਿ ਜਿਹੜੇ ਉੱਥੋਂ ਦੀ ਜਨਤਾ ਹੈਗੀ ਹੈ ਜਾਂ ਉਹਦੀ ਪ੍ਰਜਾ ਹੈਗੀ ਹੈ ਉਹਨੂੰ ਉਹਨਾਂ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕੇ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਜਿਹੜਾ ਚੰਦਰਗੁਪਤ ਮੌਰਿਆ ਹੈਗਾ ਏ ਉਹ ਭਾਰਤ ਨੂੰ ਇੱਕ ਸੂਤਰ ਵਿੱਚ ਪਰੋਣ ਵਾਲਾ ਜਿਹੜਾ ਪਹਿਲਾ ਰਾਜਾ ਹੈਗਾ। ਇਸ ਤੋਂ ਪਹਿਲਾਂ ਜਿੰਨੇ ਵੀ ਰਾਜੇ ਹੋਏ ਨੇ ਉਹ ਸਿਰਫ ਮਗਧ ਤੱਕ ਹੀ ਸੀਮਿਤ ਰਹੇ ਜਾਂ ਮਗਧ ਦੇ ਆਲੇ ਦੁਆਲੇ ਦੇ ਕੁਝ ਕੁ ਖੇਤਰ ਨੂੰ ਆਪਣੇ ਜਿਹੜਾ ਅਧੀਨ ਕਰਨ ਵਿੱਚ ਕਾਮਯਾਬ ਹੋਏ ਸੀਗੇ। ਬਾਕੀ ਜਿਹੜਾ ਪੂਰੇ ਭਾਰਤ ਨੂੰ ਆਪਣੇ ਅਧੀਨ ਲਿਆਉਣ ਵਾਲਾ ਜਿਹੜਾ ਹੈ ਰਾਜਾ ਹੈਗਾ ਉਹ ਸਭ ਤੋਂ ਪਹਿਲਾਂ ਚੰਦਰਗੁਪਤ ਮੌਰਿਆ ਹੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਤੇ ਜੇ ਇਸ ਤੋਂ ਬਾਅਦ ਆਪਾਂ ਸਲਿਊਕਸ ਦੀ ਗੱਲ ਕਰੀਏ ਤਾਂ ਸਲਿਊਕਸ ਉਹ ਵਿਅਕਤੀ ਹੈਗਾ ਹੈ ਜਿਸ ਨੂੰ ਸਿਕੰਦਰ ਜਿਹੜਾ ਭਾਰਤ ਨੂੰ ਛੱਡਣ ਤੋਂ ਪਹਿਲਾਂ ਅਫਗਾਨਿਸਤਾਨ ਜਿਹੜਾ ਹੈਗਾ ਹੈ ਉਹਨੂੰ ਉਸ ਦਾ ਜਿਹੜਾ ਰਾਜਾ ਬਣਾ ਕੇ ਜਾਂਦਾ ਹੈ ਅਫਗਾਨਿਸਤਾਨ ਦਾ। ਤੇ ਇਹਦੇ ਵਿੱਚ ਜਿਹੜਾ ਸਲਿਊਕਸ ਹੈਗਾ ਹੈ ਇਸ ਨੂੰ ਵੀ ਜਿਹੜਾ ਚੰਦਰਗੁਪਤ ਮੌਰਿਆ ਦੁਆਰਾ ਹਰਾਇਆ ਜਾਂਦਾ ਹੈ। ਤੇ ਇਸ ਦੇ ਨਾਲ ਹੀ ਜਿਹੜਾ ਸਲਿਊਕਸ ਹੈ ਉਹ ਹਾਰ ਤੋਂ ਬਾਅਦ ਅਫਗਾਨਿਸਤਾਨ ਦਾ ਜਿਹੜਾ ਵੱਡਾ ਹਿੱਸਾ ਚੰਦਰਗੁਪਤ ਮੌਰਿਆ ਨੂੰ ਦਿੰਦਾ ਹੈਗਾ ਹੈ, ਤੇ ਜਿਸ ਦੇ ਚੱਲਦੇ ਮੌਰਿਆ ਸਾਮਰਾਜ ਦਾ ਜਿਹੜਾ ਉਹ ਭਾਗ ਬਣ ਜਾਂਦਾ ਹੈ। ਤੇ ਇਹਦੇ ਨਾਲ ਜਿਹੜਾ ਮੌਰਿਆ ਸਾਮਰਾਜ ਹੈਗਾ ਹੈ ਉੱਤਰ ਪੱਛਮ ਵਿੱਚ ਅਫਗਾਨਿਸਤਾਨ ਤੋਂ ਲੈ ਕੇ ਜਿਹੜਾ ਤੱਕ ਪਹੁੰਚ ਜਾਂਦਾ ਹੈ ਅਫਗਾਨਿਸਤਾਨ ਦੇ ਤੱਕ। ਤੇ ਇਸ ਦੇ ਵਿੱਚ ਆਪਾਂ ਉਹਦੇ ਦਾਇਰੇ ਦੀ ਗੱਲ ਕਰੀਏ ਪੂਰੇ ਜੇ ਆਪਾਂ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਉੱਤਰ ਪੱਛਮ ਵਿੱਚ ਜਿਹੜਾ ਹੈਗਾ ਉਹ ਅਫਗਾਨਿਸਤਾਨ ਤੋਂ ਲੈ ਕੇ ਦੱਖਣ ਦੇ ਵਿੱਚ ਕਰਨਾਟਕਾ ਤੱਕ ਫੈਲਿਆ ਹੋਇਆ ਹੈ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਤੇ ਪੂਰਬ ਵਿੱਚ ਅਸਾਮ ਤੋਂ ਲੈ ਕੇ ਪੱਛਮ ਵਿੱਚ ਗੁਜਰਾਤ ਤੱਕ ਇਹ ਜਿਹੜਾ ਸਾਮਰਾਜ ਆਪਾਂ ਨੂੰ ਫੈਲਿਆ ਹੋਇਆ ਦੇਖਣ ਨੂੰ ਮਿਲਦਾ ਹੈ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਚੰਦਰਗੁਪਤ ਦੇ ਬਾਰੇ ਵਿੱਚ ਜਿਹੜਾ ਉਹਨਾਂ ਨੇ 321 ਈਸਵੀ ਪੂਰਵ ਤੋਂ 297 ਈਸਵੀ ਪੂਰਵ ਤੱਕ ਜਿਹੜਾ ਭਾਰਤ ਦੇ ਉੱਪਰ ਰਾਜ ਕੀਤਾ। ਤੇ ਇਸ ਤੋਂ ਬਾਅਦ ਉਹਨਾਂ ਦੇ ਜਿਹੜੇ ਪੁੱਤਰ ਹੋਏ ਨੇ ਬਿੰਦੂਸਾਰ ਉਹਨਾਂ ਨੇ 25 ਸਾਲ ਤੱਕ ਅੱਗੇ ਚੱਲ ਕੇ ਰਾਜ ਕੀਤਾ। ਇੱਧਰ ਜੇਕਰ ਆਪਾਂ ਮੈਪ ਰਾਹੀਂ ਦੇਖਣ ਦੀ ਕੋਸ਼ਿਸ਼ ਕਰੀਏ ਜਿਹੜਾ ਚੰਦਰਗੁਪਤ ਦਾ ਸਾਮਰਾਜ ਹੈਗਾ ਇਹ ਉੱਤਰ ਦੇ ਵਿੱਚ ਇੱਧਰ ਅਫਗਾਨਿਸਤਾਨ ਵਾਲਾ ਸਾਰਾ ਹਿੱਸਾ ਉਹਦੇ ਅੰਦਰ ਲਾਉਂਦਾ ਹੈ। ਤੇ ਜਿਹੜੀ ਇਹ ਵਾਲੀ ਹੈਗੀ ਲਾਈਨ ਇਹਦੀ ਚੰਦਰਗੁਪਤ ਦੇ ਸਾਮਰਾਜ ਨੂੰ ਦਰਸਾਉਂਦੀ ਹੈਗੀ। ਤੇ ਜੇ ਆਪਾਂ ਪੂਰਬ ਦੀ ਗੱਲ ਕਰੀਏ ਇਹਦੇ ਵਿੱਚ ਅਸਾਮ ਤੱਕ ਜਿੰਨਾ ਵੀ ਉਹਦਾ ਹਿੱਸਾ ਹੈਗਾ ਉਹ ਚੰਦਰਗੁਪਤ ਮੌਰਿਆ ਦੇ ਸਾਮਰਾਜ ਦਾ ਹਿੱਸਾ ਹੈਗਾ ਹੈ। ਦੱਖਣ ਦੀ ਗੱਲ ਕਰੀਏ ਤਾਂ ਜਿਹੜਾ ਕਰਨਾਟਕਾ ਤੱਕ ਦਾ ਜਿਹੜਾ ਹਿੱਸਾ ਉਹ ਚੰਦਰਗੁਪਤ ਮੌਰਿਆ ਦੇ ਅਧੀਨ ਆਉਂਦਾ ਹੈ। ਇਸ ਤੋਂ ਆਪਾਂ ਦੇਖ ਸਕਦੇ ਹਾਂ। ਇਸ ਤੋਂ ਬਾਅਦ ਆਪਾਂ ਪੱਛਮ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਗੁਜਰਾਤ ਦਾ ਸਾਰਾ ਹਿੱਸਾ ਜਿਹੜਾ ਚੰਦਰਗੁਪਤ ਮੌਰਿਆ ਦੇ ਸਾਮਰਾਜ ਦੇ ਵਿੱਚ ਆਉਂਦਾ ਸੀ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਅਸ਼ੋਕ ਦੇ ਬਾਰੇ ਵਿੱਚ। ਅਸ਼ੋਕ ਜੋ ਹੈਗਾ ਇਹ ਬਿੰਦੂਸਾਰ ਦਾ ਪੁੱਤਰ ਸੀ, ਜਿਹੜਾ ਕਿ ਬਿੰਦੂਸਾਰ ਦੀ ਮੌਤ ਜਦੋਂ 277 ਈਸਵੀ ਪੂਰਵ ਵਿੱਚ ਜਿਹੜੀ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਉਹਨਾਂ ਦਾ ਪੁੱਤਰ ਜਿਹੜਾ ਅਸ਼ੋਕ ਹੈਗਾ ਉਹ ਰਾਜਗੱਦੀ ਦੇ ਉੱਪਰ ਬੈਠਦਾ ਹੈਗਾ ਹੈ। ਤੇ ਇਹ ਜਿਹੜਾ ਅਸ਼ੋਕ ਹੈਗਾ ਇਹ ਦੁਨੀਆ ਦੇ ਜਿੰਨੇ ਵੀ ਮਹਾਨ ਰਾਜੇ ਹੋਏ ਨੇ ਉਹਨਾਂ ਵਿੱਚੋਂ ਸਭ ਤੋਂ ਜਿਹੜਾ ਮਹਾਨ ਰਾਜਿਆਂ ਵਿੱਚੋਂ ਉਹਦੀ ਗਿਣਤੀ ਕੀਤੀ ਜਾਂਦੀ ਹੈ। ਜਿਹੜਾ ਸਾਰੇ ਪੱਖਾਂ ਤੋਂ ਜਿਹੜਾ ਮਹਾਨ ਰਾਜਾ ਇਸ ਨੂੰ ਕਿਹਾ ਜਾ ਸਕਦਾ ਹੈ। ਇਸ ਨੇ ਜਿਹੜਾ ਸ਼ਾਂਤੀ ਤੇ ਮਾਨਵਤਾ ਦੇ ਸੰਦੇਸ਼ ਤੇ ਜਿਹੜਾ ਦੇਣ ਦੇ ਵਿੱਚ ਜਿਹੜਾ ਪ੍ਰਸਿੱਧੀ ਪ੍ਰਾਪਤ ਕੀਤੀ ਹੈਗੀ ਹੈ। ਇਹਨਾਂ ਨੇ ਜਿਹੜਾ ਬੁੱਧ ਧਰਮ ਦਾ ਜਿਹੜਾ ਉਸ ਟਾਈਮ ਤੇ ਧਰਮ ਦੇ ਫੈਲਾਅ ਦੇ ਵਿੱਚ ਵੀ ਇਹਨਾਂ ਨੇ ਜਿਹੜੀ ਬਹੁਤ ਜ਼ਿਆਦਾ ਮਦਦ ਕੀਤੀ ਹੈਗੀ ਹੈ। ਉਹਨਾਂ ਨੇ ਜਿਹੜਾ ਜਦੋਂ ਆਪਾਂ ਦੇਖਾਂਗੇ ਕਿ ਜਦੋਂ ਉਹਨਾਂ ਨੇ 261 ਈਸਵੀ ਪੂਰਵ ਵਿੱਚ ਕਲਿੰਗ ਉੱਤੇ ਜਿੱਤ ਪ੍ਰਾਪਤ ਕੀਤੀ ਸੀ, ਜਾਂ ਜਿਹੜਾ ਕਲਿੰਗ ਹੈਗਾ ਹੈ ਉਹ ਉੜੀਸਾ ਦੇ ਵਿੱਚ ਮੌਜੂਦ ਹੈਗਾ। ਜਦੋਂ ਇਸ ਦੇ ਉੱਪਰ ਜਿੱਤ ਪ੍ਰਾਪਤ ਕੀਤੀ ਤਾਂ ਉਸ ਟਾਈਮ ਤੇ ਜਿਹੜੇ ਲੱਖਾਂ ਲੋਕ ਜਿਹੜੇ ਮਾਰੇ ਜਾਂਦੇ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜ਼ਖਮੀ ਵੀ ਹੋ ਜਾਂਦੇ ਨੇ ਤੇ ਕਾਫੀ ਜਿਹੜੇ ਲੋਕ ਨੇ ਉਹਨਾਂ ਨੂੰ ਕੈਦ ਕਰ ਲਿਆ ਜਾਂਦਾ ਹੈ। ਇਸ ਖੂਨ ਖਰਾਬੇ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਾਫੀ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਸਦਮਾ ਲੱਗਦਾ ਹੈ। ਤੇ ਜਿਹੜਾ ਉਹ ਇਸ ਜਿਹੜਾ ਯੁੱਧਾਂ ਦੀ ਜਿਹੜੀ ਲੜਾਈ ਕਰਨ ਦਾ ਜਿਹੜਾ ਭਾਵਨਾ ਹੁੰਦੀ ਹੈ ਉਹਨਾਂ ਦੇ ਮਨ ਵਿੱਚ ਉਸ ਦਾ ਤਿਆਗ ਕਰ ਦਿੰਦੇ ਨੇ। ਤੇ ਉਹ ਜਿਹੜਾ ਯੁੱਧ ਨੀਤੀ ਦੀ ਥਾਂ ਤੇ ਜਿਹੜਾ ਧਰਮ ਨੀਤੀ ਨੂੰ ਅਪਣਾ ਲੈਂਦੇ ਨੇ। ਤੇ ਉਸ ਤੋਂ ਬਾਅਦ ਉਹ ਬੁੱਧ ਧਰਮ ਨੂੰ ਜਿਹੜਾ ਮੰਨਣਾ ਜਿਹੜਾ ਸਟਾਰਟ ਕਰ ਦਿੰਦੇ ਨੇ। ਇਹਦੇ ਵਿੱਚ ਜਿਹੜਾ ਬੁੱਧ ਧਰਮ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜਾ ਅਹਿੰਸਾ ਹੈਗੀ ਉਹਦੇ ਤੋਂ ਬਹੁਤ ਜ਼ਿਆਦਾ ਪ੍ਰੇਰਿਤ ਹੁੰਦੇ ਨੇ ਤੇ ਅੱਗੇ ਚੱਲ ਕੇ ਜਿਹੜਾ ਬੁੱਧ ਧਰਮ ਨੂੰ ਅਪਣਾ ਲੈਂਦੇ ਨੇ। ਇਸ ਤੋਂ ਬਾਅਦ ਜਿਹੜੇ ਬੋਧੀ ਤੀਰਥ ਹੋਏ ਨੇ, ਜਿਵੇਂ ਉਹਦੇ ਵਿੱਚ ਬੋਧ ਗਇਆ ਦੀ ਗੱਲ ਕਰੀਏ, ਬੋਧ ਗਇਆ ਉਹ ਸਥਾਨ ਹੈਗਾ ਹੈ ਜਿੱਥੇ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈਗੀ ਹੈ। ਤੇ ਸਾਰਨਾਥ ਉਸ ਤੋਂ ਬਾਅਦ ਉਹ ਸਾਰਨਾਥ ਵੀ ਗਏ ਜਿੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਧਰਮ ਦਾ ਉਪਦੇਸ਼ ਦਿੱਤਾ ਹੈ, ਜਿਸ ਨੂੰ ਧਰਮ ਚੱਕਰ ਪਰਿਵਰਤਨ ਬੋਲਿਆ ਜਾਂਦਾ ਹੈ। ਇਸ ਤੋਂ ਬਾਅਦ ਉਹ ਲੁੰਬਿਨੀ ਵੀ ਜਾਂਦੇ ਨੇ ਤੇ ਜਿੱਥੇ ਕਿ ਮਹਾਤਮਾ ਬੁੱਧ ਦਾ ਜਨਮ ਹੋਇਆ ਸੀ। ਇਹਨਾਂ ਸਾਰੇ ਜਿਹੜੇ ਸਥਾਨਾਂ ਦੀ ਉਹਨਾਂ ਨੇ ਯਾਤਰਾ ਕੀਤੀਆਂ ਜਿਹੜੇ ਕਿ ਉਸ ਟਾਈਮ ਤੇ ਬੋਧੀ ਤੀਰਥਾਂ ਜਿਹੜੇ ਹੈਗੇ ਸੀਗੇ। ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਉਹਨਾਂ ਨੇ ਜਿਹੜੇ ਹਜ਼ਾਰਾਂ ਹੀ ਸਤੂਪਾਂ ਦਾ ਨਿਰਮਾਣ ਵੀ ਕਰਵਾਇਆ। ਤੇ ਇਸ ਤੋਂ ਬਾਅਦ ਉਹਨਾਂ ਨੇ ਮਹਾਤਮਾ ਬੁੱਧ ਦੇ ਜਿਹੜਾ ਸੰਦੇਸ਼ ਸੀ ਉਹਨਾਂ ਨੂੰ ਫੈਲਾਉਣ ਦੇ ਲਈ ਵਿਦੇਸ਼ਾਂ ਵਿੱਚ ਦੂਤ ਵਗੈਰਾ ਵੀ ਭੇਜੇ। ਤੇ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੇ ਇੱਕ ਪੁੱਤਰ ਸੀਗਾ ਜਿਸ ਦਾ ਨਾਮ ਸੀ ਮਹਿੰਦਰ, ਤੇ ਇੱਕ ਪੁੱਤਰੀ ਜਿਸ ਦਾ ਨਾਮ ਸੀ ਸੰਘਮਿਤਰਾ। ਉਹਨਾਂ ਨੂੰ ਬੁੱਧ ਧਰਮ ਦੇ ਪ੍ਰਚਾਰ ਦੇ ਲਈ ਉਹਨਾਂ ਨੇ ਸ਼੍ਰੀਲੰਕਾ ਦੇ ਵਿੱਚ ਵੀ ਭੇਜਿਆ ਸੀਗਾ। ਤੇ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਵੀ ਜਿਹੜੇ ਬਹੁਤ ਸਾਰੇ ਧਰਮ ਪ੍ਰਚਾਰਕ ਹੋਏ ਨੇ ਜਿਨ੍ਹਾਂ ਨੂੰ ਵਿਦੇਸ਼ਾਂ ਵਿੱਚ ਉਹਨਾਂ ਨੇ ਬੁੱਧ ਧਰਮ ਦੇ ਪ੍ਰਚਾਰ ਦੇ ਲਈ ਭੇਜਿਆ। ਤੇ ਜਿਸ ਦੇ ਚੱਲਦੇ ਜਿਹੜਾ ਬੁੱਧ ਧਰਮ ਹੈਗਾ ਇਹ ਦੁਨੀਆ ਦੇ ਵਿੱਚ ਲੋਕਪ੍ਰਿय ਹੋ ਗਿਆ। ਤੇ ਇਹ ਜਿਹੜਾ ਅਸ਼ੋਕ ਦਾ ਚਿੱਤਰ ਹੈਗਾ ਹੈ, ਉਹਨਾਂ ਨੇ ਆਪਣਾ ਜਿਹੜਾ ਜਿੰਨਾ ਵੀ ਸਾਰਾ ਜੀਵਨ ਸੀਗਾ ਉਹ ਪ੍ਰਜਾ ਦੀ ਭਲਾਈ ਵਿੱਚ ਹੀ ਜਿਹੜਾ ਜਾਂ ਫਿਰ ਮਾਨਵਤਾ ਦੀ ਭਲਾਈ ਲਈ ਜਿਹੜਾ ਬਤੀਤ ਕੀਤਾ ਹੈਗਾ। ਤੇ ਉਹਨਾਂ ਨੇ
ਆਪਣੇ ਜਿੰਨੇ ਵੀ ਸੰਦੇਸ਼ ਹੈਗੇ ਨੇ ਉਹਨਾਂ ਨੂੰ ਚਟਾਨਾਂ ਦੇ ਪੱਥਰਾਂ ਦੇ ਸਤੰਭਾਂ ਦੇ ਉੱਪਰ ਖੁਦਵਾਇਆ ਸੀ, ਤਾਂ ਕਿ ਜਿਹੜਾ ਲੋਕਾਂ ਨੂੰ ਉਹਨਾਂ ਦੀ ਪਾਲਣਾ ਕਰਨ ਵਿੱਚ, ਜਾਂ ਫਿਰ ਆਪਾਂ ਕਹਿ ਸਕੀਏ ਕਿ ਜਿਹੜੀਆਂ ਰਾਜ ਆਗਿਆਵਾਂ ਹੈਗੀਆਂ ਨੇ ਲੋਕਾਂ ਤੱਕ ਆਸਾਨੀ ਨਾਲ ਪਹੁੰਚਾਈਆਂ ਜਾ ਸਕਣ, ਤਾਂ ਕਿ ਉਹ ਇਸ ਦਾ ਪਾਲਣ ਕਰ ਸਕਣ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜਿਹੜਾ ਅਸ਼ੋਕ ਹੈਗਾ ਹੈ, ਉਹਨੇ ਸ਼ਿਕਾਰ ਖੇਡਣਾ ਜਾਂ ਫਿਰ ਪੰਛੀ ਜਾਂ ਫਿਰ ਜਾਨਵਰਾਂ ਨੂੰ ਮਾਰਨ 'ਤੇ ਵੀ ਰੋਕ ਲਗਾ ਦਿੱਤੀ ਸੀ। ਯਾਤਰੀਆਂ ਲਈ ਜਿਹੜੀਆਂ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ, ਸੜਕਾਂ ਬਣਵਾਈਆਂ ਗਈਆਂ, ਅਤੇ ਨਾਲ ਹੀ ਜਿਹੜੀਆਂ ਸਰਾਵਾਂ ਬਣਵਾਈਆਂ ਗਈਆਂ, ਸਰਾਵਾਂ ਜਿਨ੍ਹਾਂ ਨੂੰ ਆਪਾਂ ਵਿਸ਼ਰਾਮ ਘਰ ਕਹਿ ਸਕਦੇ ਹਾਂ। ਜਿੱਦਾਂ ਜਿਹੜੇ ਪਹਿਲਾਂ ਦੇ ਲੋਕ ਸੀਗੇ ਉਹ ਪੈਦਲ ਯਾਤਰਾ ਕਰਦੇ ਸੀ, ਅਤੇ ਉਹਨਾਂ ਦੇ ਰੁਕਣ ਲਈ ਰਸਤੇ ਵਿੱਚ ਜਿਹੜੇ ਵਿਸ਼ਰਾਮ ਘਰਾਂ ਦਾ ਨਿਰਮਾਣ ਵੀ ਕਰਵਾਇਆ ਗਿਆ, ਜਿਨ੍ਹਾਂ ਨੂੰ ਉਸ ਟਾਈਮ 'ਤੇ ਸਰਾਵਾਂ ਬੋਲਿਆ ਜਾਂਦਾ ਸੀ। ਇਸ ਤੋਂ ਇਲਾਵਾ ਉਹਨਾਂ ਦੇ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ, ਖੂਹ ਵਗੈਰਾ ਖੁਦਵਾਏ ਗਏ, ਅਤੇ ਮਨੁੱਖਾਂ ਦੇ ਪੰਛੀਆਂ ਲਈ ਹਸਪਤਾਲਾਂ ਦਾ ਨਿਰਮਾਣ ਵੀ ਕਰਵਾਇਆ ਗਿਆ। ਹੋਰ ਵੀ ਉਹਨਾਂ ਨੇ ਜਿਹੜੇ ਜਨ ਕਲਿਆਣ ਦੇ ਜਿਹੜਾ ਕੰਮ ਸੀਗੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਕੀਤਾ, ਅਤੇ ਤਾਂ ਕਿ ਜਿਹੜਾ ਲੋਕ ਹੈਗੇ ਨੇ ਉਹਨਾਂ ਨੂੰ ਜਿਹੜਾ ਆਰਾਮ ਪ੍ਰਾਪਤ ਹੋ ਸਕੇ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਅਹਿੰਸਾ ਦਾ ਪਾਲਣ, ਵੱਡਿਆਂ ਦਾ ਆਦਰ, ਛੋਟਿਆਂ ਨਾਲ, ਨੌਕਰਾਂ ਨਾਲ ਜਾਂ ਸਾਰੇ ਜੀਵ ਜੰਤੂ ਨਾਲ ਪਿਆਰ ਅਤੇ ਦਇਆ ਦੀ ਭਾਵ ਰੱਖਣ ਦਾ ਸੰਦੇਸ਼ ਵੀ ਦਿੱਤਾ। ਇਹਦੇ ਵਿੱਚ ਆਪਾਂ ਦੇਖਾਂਗੇ ਕਿ ਉਹਨਾਂ ਨੇ ਅਹਿੰਸਾ ਦਾ ਪਾਲਣ ਕਰਨ ਦਾ ਸੰਦੇਸ਼ ਦਿੱਤਾ, ਜਿਹੜਾ ਕਿ ਬੁੱਧ ਧਰਮ ਨਾਲ ਸੰਬੰਧਿਤ ਹੈਗਾ ਹੈ। ਜਿਵੇਂ ਕਿ ਉਹਨਾਂ ਦੇ ਵਿੱਚੋਂ ਜਿਹੜੀਆਂ ਉਹਨਾਂ ਦੀ ਧਰਮ ਨਾਲ ਸੰਬੰਧਿਤ ਜਿਹੜਾ ਮੇਨ ਹੈਗਾ ਹੈ ਉਹ ਬੁੱਧ ਧਰਮ ਦੇ ਨਾਲ, ਉਹਦੇ ਵਿੱਚ ਅਹਿੰਸਾ ਦਾ ਪਾਲਣ ਕਰਨ ਨੂੰ ਕਿਹਾ ਜਾਂਦਾ ਹੈ। ਇਸ ਦੇ ਵਿੱਚ ਜਿਹੜਾ ਵੱਡਿਆਂ ਦਾ ਆਦਰ ਜਿਹੜਾ, ਜਾਂ ਛੋਟਿਆਂ ਦਾ ਪਿਆਰ, ਜਾਂ ਨੌਕਰਾਂ ਨਾਲ ਜਿਹੜਾ, ਜਾਂ ਫਿਰ ਉਹਨਾਂ ਨਾਲ ਜਿਹੜੇ ਜੀਵ ਜੰਤੂ ਹੈਗੇ ਨੇ ਉਹਨਾਂ ਨਾਲ ਵੀ ਪਿਆਰ ਕਰਨ ਦੀ ਭਾਵਨਾ ਦਾ ਜਿਹੜਾ ਸੰਦੇਸ਼ ਉਹਨਾਂ ਨੇ ਦਿੱਤਾ। ਅਤੇ ਉਹਨਾਂ ਨੇ ਨਾਲ ਹੀ ਜਿਹੜਾ ਗਰੀਬਾਂ ਨੂੰ ਦਾਨ ਦੇਣ, ਜਾਂ ਫਿਰ ਧਰਮ ਦਾ ਜਿਹੜਾ ਸਭ ਧਰਮਾਂ ਦਾ ਆਦਰ ਕਰਨ ਲਈ ਕਿਹਾ। ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੇ ਅਸ਼ੋਕ ਹੋਏ ਨੇ ਉਹਨਾਂ ਨੇ ਬਾਕੀ ਧਰਮਾਂ ਨਾਲ ਵੀ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ। ਜੇ ਆਪਾਂ ਮੰਨੀਏ ਕਿ ਉਹਨਾਂ ਨੇ ਬੁੱਧ ਧਰਮ ਦਾ ਸਭ ਤੋਂ ਵੱਧ ਪ੍ਰਚਾਰ ਕੀਤਾ, ਤੇ ਵੀ ਜਿਹੜੇ ਲੋਕਾਂ ਨੂੰ ਉਹਨਾਂ ਨੇ ਆਪਣੇ ਧਰਮ ਵਿੱਚ ਲੈ ਕੇ ਆਉਣ ਲਈ ਕਿਸੇ ਤਰ੍ਹਾਂ ਦੀ ਜਿਹੜੀ ਜ਼ੋਰ ਜ਼ਬਰਦਸਤੀ ਨਹੀਂ ਕੀਤੀ। ਜਿੱਦਾਂ ਕਿ ਆਪਾਂ ਬਾਕੀ ਦੇਖਦੇ ਹਾਂ ਕਿ ਜਿੱਦਾਂ ਇਸ ਤੋਂ ਬਾਅਦ ਵਾਲੇ ਜਿਹੜੇ ਆਪਾਂ ਰਾਜਾਂ 'ਚ ਦੇਖਣ ਨੂੰ ਮਿਲਦਾ ਹੈਗਾ, ਇਸ ਜਿਹੜਾ ਅਸ਼ੋਕ ਹੈਗਾ ਇਸ ਨੇ ਬਾਕੀ ਸਭ ਧਰਮਾਂ ਦਾ ਵੀ ਜਿਹੜਾ ਆਦਰ ਸਤਿਕਾਰ ਕੀਤਾ, ਨਾ ਕਿ ਹੋਰ ਧਰਮਾਂ ਦੇ ਲੋਕਾਂ ਨੂੰ ਬੁੱਧ ਧਰਮ ਵਿੱਚ ਲੈ ਕੇ ਆਉਣ ਲਈ ਉਹਨਾਂ ਦੇ ਉੱਪਰ ਅਤਿਆਚਾਰ ਕੀਤੇ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜਿਹੜਾ ਅਸ਼ੋਕ ਦਾ ਧਰਮ ਹੈਗਾ ਹੈ ਉਸਨੂੰ ਅਸ਼ੋਕ ਦਾ ਧੰਮ ਵੀ ਬੋਲਿਆ ਜਾਂਦਾ ਹੈਗਾ ਹੈ, ਅਤੇ ਮੇਨਲੀ ਜਿਹੜਾ ਬੁੱਧ ਧਰਮ ਹੀ ਸੀਗਾ। ਅਤੇ ਇਸ ਤੋਂ ਬਾਅਦ 232 ਈਸਵੀ ਪੂਰਵ ਵਿੱਚ ਜਿਹੜਾ ਅਸ਼ੋਕ ਦੀ ਮੌਤ ਹੋ ਜਾਂਦੀ ਹੈ, ਅਤੇ ਇਸ ਦੀ ਮੌਤ ਤੋਂ ਬਾਅਦ ਜਿਹੜਾ ਮੌਰਿਆ ਸਾਮਰਾਜ ਹੈਗਾ ਉਹ ਪਤਨ ਵੱਲ ਚਲਾ ਜਾਂਦਾ ਹੈ, ਕਿਉਂਕਿ ਜਿੰਨੇ ਵੀ ਉਹਦੇ ਉੱਤਰਾਧਿਕਾਰੀ ਹੋਏ ਨੇ ਅਸ਼ੋਕ ਦੇ, ਜਾਂ ਫਿਰ ਚੰਦਰਗੁਪਤ ਮੌਰਿਆ ਦੀ ਆਪਾਂ ਗੱਲ ਕਰੀਏ, ਉਹਨਾਂ ਦੇ ਜਿੰਨੇ ਵੀ ਉੱਤਰਾਧਿਕਾਰੀ ਹੋਏ ਨੇ ਅਸ਼ੋਕ ਤੋਂ ਬਿਨਾਂ, ਸਾਰੇ ਜਿਹੜੇ ਮਤਲਬ ਅਯੋਗ ਸੀਗੇ, ਅਤੇ ਜਿਸ ਦੇ ਚੱਲਦੇ ਜਿਹੜਾ ਮੌਰਿਆ ਸਾਮਰਾਜ ਹੈਗਾ ਪਤਨ ਵੱਲ ਜਾਣਾ ਸ਼ੁਰੂ ਕਰ ਦਿੰਦਾ ਹੈ। ਅਤੇ ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਮੌਰਿਆ ਸਾਮਰਾਜ ਦਾ ਜਿਹੜਾ ਆਖਰੀ ਸਮਰਾਟ ਸੀਗਾ ਬ੍ਰਿਹਦਰਥ, ਜਿਹੜਾ ਉਹ ਕਾਫੀ ਜ਼ਿਆਦਾ ਕਮਜ਼ੋਰ ਸੀਗਾ। ਅਤੇ ਉਸ ਤੋਂ ਬਾਅਦ ਉਹਦਾ ਜਿਹੜਾ ਸੈਨਾਪਤੀ ਸੀਗਾ ਪੁਸ਼ਯਮਿੱਤਰ ਸ਼ੁੰਗ, ਉਹ ਕੀ ਕਰਦਾ ਹੈ ਕਿ ਉਹਨਾਂ ਨੂੰ ਸੈਨਾ ਦੀ ਜਿਹੜਾ ਗਸ਼ਤ ਦੇ ਲਈ ਬੁਲਾਉਂਦਾ ਹੈਗਾ, ਅਤੇ ਉੱਥੇ ਉਹਨਾਂ ਦੀ ਹੱਤਿਆ ਕਰ ਦਿੰਦਾ ਹੈ। ਇਸ ਦੇ ਨਾਲ ਹੀ ਜਿਹੜਾ ਜੇ ਆਪਾਂ ਮੌਰਿਆ ਸਾਮਰਾਜ ਦੀ ਗੱਲ ਕਰੀਏ ਤਾਂ ਬ੍ਰਿਹਦਰਥ ਦੀ ਮੌਤ ਦੇ ਨਾਲ ਹੀ ਸਾਮਰਾਜ ਦਾ ਅੰਤ ਹੋ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਨੂੰ ਪੁਸ਼ਯਮਿੱਤਰ ਸ਼ੁੰਗ ਜਿਹੜਾ ਹੈਗਾ ਹੈ ਉਹ ਰਾਜਾ ਦੇਖਣ ਨੂੰ ਮਿਲਦਾ ਹੈ, ਅਤੇ ਇਸ ਦੇ ਨਾਲ ਜਿਹੜਾ ਸ਼ੁੰਗ ਸਾਮਰਾਜ ਦੀ ਸਥਾਪਨਾ ਵੀ ਹੁੰਦੀ ਹੈਗੀ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਮੌਰਿਆ ਰਾਜ ਪ੍ਰਬੰਧ ਦੇ ਬਾਰੇ ਵਿੱਚ। ਜਿਹੜਾ ਕੌਟਿਲਿਆ ਦਾ ਅਰਥ ਸ਼ਾਸਤਰ ਹੈਗਾ ਹੈ, ਜਾਂ ਫਿਰ ਜਿਹੜਾ ਮੈਕਸਥਨੀਜ਼ ਦੀ ਬੁੱਕ ਹੈਗੀ ਹੈ ਇੰਡੀਕਾ, ਇਹਦੇ ਵਿੱਚ ਜਿਹੜਾ ਮੌਰਿਆ ਰਾਜ ਪ੍ਰਬੰਧ ਬਾਰੇ ਜਿਹੜੇ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਹੈਗੀ ਹੈ। ਅਤੇ ਇਹ ਜਿਹੜਾ ਰਾਜ ਪ੍ਰਬੰਧ ਸੀਗਾ ਇਹ ਬਹੁਤ ਹੀ ਜ਼ਿਆਦਾ ਵਧੀਆ ਉਸ ਟਾਈਮ ਦਾ ਜਿਹੜਾ ਰਾਜ ਪ੍ਰਬੰਧ ਸੀ। ਜਿਹੜਾ ਰਾਜਾ ਸੀਗਾ ਉਹ ਰਾਜ ਦਾ ਮੁਖੀਆ ਹੁੰਦਾ ਸੀ, ਅਤੇ ਨਾਲ ਹੀ ਜਿਹੜਾ ਇੱਕ ਸ਼ਕਤੀਸ਼ਾਲੀ ਵਿਅਕਤੀ, ਜੇ ਆਪਾਂ ਕਹਿ ਸਕੀਏ ਤਾਂ ਉਹਦੇ ਬਾਰੇ ਵਿੱਚ ਕਿ ਉਹ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹੁੰਦਾ ਸੀ। ਅਤੇ ਨਾਲ ਹੀ ਜਿਹੜਾ ਨਿਆਂ ਦਾ ਕੰਮ ਕਰਨਾ ਵੀ ਰਾਜੇ ਦਾ ਕੰਮ ਹੁੰਦਾ ਸੀ, ਅਤੇ ਜਿਹੜਾ ਸੈਨਾ ਦੀ ਅਗਵਾਈ ਵੀ ਰਾਜੇ ਦੁਆਰਾ ਹੀ ਕੀਤੀ ਜਾਂਦੀ ਸੀ। ਅਤੇ ਪ੍ਰਜਾ ਦੀ ਭਲਾਈ ਦੇ ਕੰਮ ਵੀ ਜਿਹੜਾ ਰਾਜੇ ਦੁਆਰਾ ਹੀ ਕੀਤੇ ਜਾਂਦੇ ਸੀ, ਜਾਂ ਫਿਰ ਕਰ ਲਗਾਉਣਾ ਵੀ ਜਿਹੜਾ ਉਹ ਰਾਜੇ ਦਾ ਹੀ ਕੰਮ ਸੀ। ਇਹ ਰਾਜੇ ਦੀ ਸਹਾਇਤਾ ਦੇ ਲਈ ਮੰਤਰੀ ਪ੍ਰੀਸ਼ਦ ਹੁੰਦੀ ਸੀਗੀ, ਅਤੇ ਮੰਤਰੀਆਂ ਨੂੰ ਮੁੱਖ ਤੌਰ 'ਤੇ ਜਿਹੜਾ ਅਮਾਤਯ ਵਰਡ ਜਿਹੜੇ ਮੰਤਰੀ ਹੈਗੇ ਨੇ ਉਹਨਾਂ ਦੇ ਲਈ ਵਰਤਿਆ ਜਾਂਦਾ ਸੀਗਾ। ਇਸ ਤੋਂ ਬਾਅਦ ਹੋਰ ਵੀ ਜਿਹੜੇ ਕਈ ਵੱਡੇ ਅਫਸਰ ਹੁੰਦੇ ਸੀਗੇ, ਉਹਨਾਂ ਦੇ ਵਿੱਚ ਜਿਹੜਾ ਯੁਵਰਾਜ, ਸਨੀਧਾਰਾ ਨੂੰ ਮੁੱਖ ਜਿਹੜਾ ਖਜ਼ਾਨਚੀ ਹੈਗਾ ਹੈ ਉਹਨਾਂ ਨੂੰ ਸਨੀਧਾਰਾ ਬੋਲਿਆ ਜਾਂਦਾ ਸੀਗਾ, ਜਾਂ ਫਿਰ ਸਮਾਹਰਤਾ ਜੇ ਆਪਾਂ ਕਹੀਏ ਤਾਂ ਉਹ ਜਿਹੜਾ ਘਰ ਇਕੱਠਾ ਕਰਨ ਵਾਲਾ ਅਧਿਕਾਰੀ ਹੁੰਦਾ ਸੀ। ਫਿਰ ਲੇਖਾ ਜੋਖਾ ਵਿਭਾਗ ਦਾ ਅਧਿਕਾਰੀ ਹੁੰਦਾ ਸੀ ਜਿਹੜਾ। ਉਸ ਤੋਂ ਬਾਅਦ ਜਿਹੜੇ ਹੋਰ ਵੀ ਬਹੁਤ ਸਾਰੇ ਜਿਹੜੇ ਵਿਭਾਗ ਸੀਗੇ, ਜਿਵੇਂ ਜੰਗਲਾਂ ਦਾ ਵਿਭਾਗ ਹੋ ਗਿਆ, ਖਾਣਾ ਦਾ ਵਿਭਾਗ ਹੋ ਗਿਆ, ਜਾਂ ਫਿਰ ਵਿਦੇਸ਼ੀ ਯਾਤਰੀਆਂ ਨਾਲ ਸੰਬੰਧਿਤ ਵਿਭਾਗ ਹੈਗੇ ਨੇ। ਇਹਨਾਂ ਸਾਰਿਆਂ ਦੀ ਜਿਹੜੀ ਦੇਖ ਰੇਖ ਦਾ ਕੰਮ ਜਿਹੜਾ ਜਿਹੜੇ ਇਹਨਾਂ ਦੇ ਅਧਿਕਾਰੀ ਕਰਦੇ ਸੀ, ਪਰ ਇਹਨਾਂ ਦੇ ਉੱਪਰ ਜਿਹੜਾ ਰਾਜੇ ਦੁਆਰਾ ਨਿਗਰਾਨੀ ਰੱਖੀ ਜਾਂਦੀ ਸੀ, ਕਿ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਰਾਜਾ ਹੀ ਸਭ ਤੋਂ ਜਿਹੜਾ ਮੇਨ ਜਿਹੜਾ ਵਿਅਕਤੀ ਸੀਗਾ। ਇਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜਾ ਇਹ ਵਾਲਾ ਜਿਹੜਾ ਹੈ ਵੰਸ਼ ਹੈਗਾ, ਇਹ ਮੌਰਿਆ ਸਾਮਰਾਜ ਦੀ ਗੱਲ ਕਰ ਰਹੇ ਹਾਂ ਆਪਾਂ। ਜਿਸ ਤਰ੍ਹਾਂ ਇਹ ਜਿਹੜਾ ਸਾਮਰਾਜ ਜਿਹੜਾ ਇਸ ਟਾਈਮ ਦਾ ਸਾਮਰਾਜ ਸੀਗਾ, ਇਸ ਤੋਂ ਨਾ ਤਾਂ ਇਸ ਤੋਂ ਪਹਿਲਾਂ ਕੋਈ ਇੱਦਾਂ ਦਾ ਜਿਹੜਾ ਰਾਜ ਦੇਖਣ ਨੂੰ ਮਿਲਿਆ, ਅਤੇ ਨਾ ਹੀ ਇਸ ਤੋਂ ਬਾਅਦ ਵੀ ਆਪਾਂ ਜੇ ਗੱਲ ਕਰੀਏ ਤਾਂ ਕੋਈ ਇੰਨਾ ਵਧੀਆ ਜਿਹੜਾ ਰਾਜ ਪ੍ਰਬੰਧ ਇਤਿਹਾਸ ਦੇ ਵਿੱਚ, ਭਾਰਤ ਦੇ ਇਤਿਹਾਸ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ, ਅਤੇ ਇੱਦਾਂ ਦਾ ਕੋਈ ਹੋਰ ਜਿੰਨਾ ਇਸ ਸਾਮਰਾਜ ਦੇ ਜਿੰਨਾ ਵਧੀਆ ਸਾਮਰਾਜ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦਾ ਹੈਗਾ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਹੜਾ ਸਾਮਰਾਜ ਹੈਗਾ ਉਹ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ, ਅਤੇ ਆਮ ਤੌਰ 'ਤੇ ਪ੍ਰਾਂਤਾਂ ਨੂੰ ਜਿਹੜਾ ਰਾਜਕੁਮਾਰਾਂ ਦਾ ਅਧੀਨ ਹੀ ਕੀਤਾ ਜਾਂਦਾ ਸੀ, ਅਤੇ ਜਿਹੜੇ ਰਾਜਕੁਮਾਰ ਹੀ ਉਸ ਟਾਈਮ ਦੇ ਜਿਹੜੇ ਪ੍ਰਾਂਤਾਂ ਦੇ ਗਵਰਨਰ ਹੁੰਦੇ ਸੀਗੇ। ਇਸ ਤੋਂ ਇਲਾਵਾ ਜਿਹੜੇ ਪ੍ਰਾਂਤਾਂ ਦੇ ਹੋਰ ਜਿਹੜੇ ਅਫਸਰਾਂ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਰਾਜੁਕ, ਮਹਾਮਾਤਰ ਯੁਕਤ ਜਿਹੜੇ ਮੇਨ ਸੀਗੇ। ਅਤੇ ਉਸ ਤੋਂ ਬਾਅਦ ਆਪਾਂ ਜੇ ਮੌਰਿਆ ਸਾਮਰਾਜ ਦੀ ਸੈਨਾ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਪੈਦਲ ਸੈਨਾ, ਘੋੜੇ, ਹਾਥੀ ਅਤੇ ਰਥ ਜਿਹੜੇ ਸ਼ਾਮਿਲ ਸੀਗੇ।
ਮੌਰੀਆ ਸਾਮਰਾਜ ਦੇ ਵਿੱਚ ਜਿਹੜਾ ਉਸ ਟਾਈਮ ਦੇ ਸ਼ਾਸਕ ਸੀਗੇ ਉਹਨਾਂ ਕੋਲੇ ਜਹਾਜ਼ੀ ਬੇੜਾ ਵੀ ਮੌਜੂਦ ਸੀਗਾ। ਜੇ ਆਪਾਂ ਜਸੂਸ ਵਿਭਾਗ ਦੀ ਗੱਲ ਕਰੀਏ ਤਾਂ ਉਸ ਟਾਈਮ ਦਾ ਜਿਹੜਾ ਬਹੁਤ ਹੀ ਜ਼ਿਆਦਾ ਤਾਕਤਵਰ ਸੀਗਾ ਉਸ ਟਾਈਮ ਦਾ ਜਸੂਸ ਵਿਭਾਗ, ਅਤੇ ਇਸ ਦੇ ਵਿੱਚ ਜਿਹੜੇ ਜਾਸੂਸ ਸੀਗੇ ਉਹ ਦੁਸ਼ਮਣਾਂ ਬਾਰੇ ਜਾਣਕਾਰੀ ਇਕੱਠੀ ਕਰਦੇ ਸੀ, ਤੇ ਜਿਹੜੇ ਆਮ ਲੋਕ ਸੀਗੇ ਉਹਨਾਂ ਦੇ ਉੱਪਰ ਵੀ ਨਜ਼ਰ ਰੱਖੀ ਜਾਂਦੀ ਸੀ, ਤਾਂ ਕਿ ਜਿਹੜਾ ਇਸ ਤੋਂ ਬਾਅਦ ਆਪਾਂ ਇਹ ਵੀ ਦੇਖਾਂਗੇ ਜਿੰਨੇ ਵੀ ਅਧਿਕਾਰੀ ਵਗੈਰਾ ਹੁੰਦੇ ਸੀ ਉਹਨਾਂ ਦੇ ਉੱਪਰ ਵੀ ਨਜ਼ਰ ਰੱਖੀ ਜਾਂਦੀ ਸੀਗੀ, ਤਾਂ ਕਿ ਉਹ ਜਿਹੜੇ ਪ੍ਰਜਾ ਦੇ ਉੱਪਰ ਜਿਹੜਾ ਕਿਸੇ ਤਰ੍ਹਾਂ ਦਾ ਅਤਿਆਚਾਰ ਨਾ ਕਰ ਸਕਣ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਮਾਜਿਕ ਜੀਵਨ ਦੇ ਬਾਰੇ ਵਿੱਚ। ਜੇ ਸਮਾਜਿਕ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਸਮਾਜ ਹੈਗਾ ਏ ਉਸ ਦੀ ਹਾਲਤ ਜਿਹੜੀ ਮਹਾਜਨਪਦਾਂ ਕਾਲ ਵਿੱਚ ਜਿਹੜਾ ਦੀ ਤਰ੍ਹਾਂ ਹੀ ਇਸ ਵਿੱਚ ਵੀ ਦੇਖਣ ਨੂੰ ਮਿਲਦੀ ਹੈਗੀ ਆਪਾਂ ਨੂੰ ਮੌਰੀਆ ਸਾਮਰਾਜ ਦੇ ਟਾਈਮ ਤੇ, ਜਿਸ ਤਰ੍ਹਾਂ ਦੀ ਮਹਾਜਨਪਦ ਦੇ ਟਾਈਮ ਤੇ ਦੇਖਣ ਨੂੰ ਮਿਲਦੀ ਸੀਗੀ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਜਿਹੜਾ ਮੈਗਸਥਨੀਜ਼ ਹੈਗਾ ਹੈ ਉਹਨਾਂ ਨੇ ਲਿਖਿਆ ਹੈ ਕਿ ਜਿਹੜੇ ਇੱਥੋਂ ਦੇ ਲੋਕ ਸੀਗੇ ਉਹ ਜਿਹੜੇ ਕਾਫੀ ਤਰ੍ਹਾਂ ਦੇ ਜਿਹੜੇ ਕਿੱਤਿਆਂ ਨੂੰ ਅਪਣਾਉਂਦੇ ਸੀ, ਤੇ ਪਾਟਲੀਪੁੱਤਰ ਦੇ ਵਿੱਚ ਜਿਹੜਾ ਬਹੁਤ ਸਾਰੇ ਜਿਹੜੇ ਵਿਦੇਸ਼ੀ ਵੀ ਰਹਿੰਦੇ ਸੀ ਉਸ ਟਾਈਮ ਤੇ। ਜਿਹੜਾ ਫਿਰ ਉਹਨਾਂ ਨੇ ਗੱਲ ਕੀਤੀ ਜਿਹੜਾ ਤਕਸ਼ਿਲਾ ਪਾਟਲੀਪੁੱਤਰ ਜਾਂ ਫਿਰ ਵਾਰਾਣਸੀ ਜਿਹੜਾ ਹੈਗਾ ਹੈ ਉਹ ਸਿੱਖਾਂ ਦੇ ਮਹਾਨ ਕੇਂਦਰ ਸੀਗੇ। ਜਿਹੜੀਆਂ ਇਸਤਰੀਆਂ ਸੀ ਉਹ ਆਜ਼ਾਦ ਹੁੰਦੀਆਂ ਸੀ, ਤੇ ਵੱਖ-ਵੱਖ ਧਰਮਾਂ ਦੇ ਲੋਕ ਜਿਹੜਾ ਇਕੱਠੇ ਹੀ ਰਹਿੰਦੇ ਸੀ, ਤੇ ਇੱਕ ਦੂਜੇ ਦਾ ਜਿਹੜਾ ਆਦਰ ਸਤਿਕਾਰ ਵੀ ਕਰਦੇ ਸੀਗੇ। ਤੇ ਰਾਜ ਪ੍ਰਬੰਧ ਕਰਨ ਲਈ ਜਿਹੜਾ ਉਸ ਟਾਈਮ ਦੇ ਜਿਹੜੇ ਕਰ ਹੁੰਦਾ ਸੀ ਉਹ ਜ਼ਰੂਰੀ ਹੁੰਦਾ ਸੀਗਾ, ਤੇ ਉਹ ਜਿਹੜਾ ਕਰ ਵੀ ਜਨਤਾ ਦੇ ਉੱਪਰ ਲਗਾਇਆ ਜਾਂਦਾ ਸੀ, ਤੇ ਜਿਹੜਾ ਕਰ ਸੀਗਾ 1/6 ਭਾਗ ਜਿਹੜਾ ਉਹ ਕਰ ਹੁੰਦਾ ਸੀਗਾ ਖੇਤੀਬਾੜੀ ਦੇ ਰੂਪ ਵਿੱਚ ਜਿਹੜਾ ਲਿਆ ਜਾਂਦਾ ਸੀ, ਜਿਸ ਨੂੰ ਆਪਾਂ ਫਸਲਾਂ ਦੇ ਉੱਪਰ ਕਰ ਕਹਿ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜਾ ਸਿੰਚਾਈ, ਜੰਗਲਾਤ, ਖਣਿਜ, ਆਯਾਤ ਨਿਰਯਾਤ ਜਾਂ ਫਿਰ ਵਪਾਰ ਦੇ ਉਦਯੋਗਿਕ ਧੰਦਿਆਂ ਤੇ ਵੀ ਜਿਹੜਾ ਕਰ ਉਹ ਲਗਾਇਆ ਜਾਂਦਾ ਸੀਗਾ। ਜਿਹੜਾ ਕਰ ਸੀਗਾ ਇਕੱਠਾ ਕੀਤਾ ਗਿਆ ਧਨ ਜਿਹਨੂੰ ਆਪਾਂ ਬੋਲਦੇ ਹਾਂ, ਉਹ ਸੈਨਿਕਾਂ ਦੇ ਦੂਜੇ ਅਫਸਰਾਂ ਦੀਆਂ ਤਨਖਾਹਾਂ ਜਾਂ ਫਿਰ ਲੋਕ ਭਲਾਈ ਦੇ ਕੰਮ ਸੀਗੇ ਉਹਨਾਂ ਲਈ ਲਗਾਇਆ ਜਾਂਦਾ ਸੀ, ਤੇ ਇਸ ਤੋਂ ਬਾਅਦ ਜਿਹੜਾ ਸੜਕਾਂ ਦਾ ਨਿਰਮਾਣ ਵਗੈਰਾ ਕੀਤਾ ਜਾਂਦਾ ਉਹਦੇ ਉੱਪਰ ਵੀ ਜਿਹੜਾ ਇਹ ਕਰ ਦੀ ਵਰਤੋਂ ਕੀਤੀ ਜਾਂਦੀ ਸੀਗੀ। ਇਸ ਦੇ ਨਾਲ ਹੀ ਆਪਾਂ ਗੱਲ ਕਰੀਏ ਸਿੰਚਾਈ ਪ੍ਰਬੰਧ ਦੀ, ਤੇ ਸਿੰਚਾਈ ਦਾ ਜਿਹੜਾ ਪ੍ਰਬੰਧ ਸੀਗਾ ਉਹ ਵੀ ਉਹ ਜਿਹੜਾ ਕਰ ਸੀ ਜਿਹੜਾ ਜਨਤਾ ਤੋਂ ਇਕੱਠਾ ਕੀਤਾ ਜਾਂਦਾ ਸੀ ਉਹਦੇ ਦੁਆਰਾ ਹੀ ਇਸ ਚੀਜ਼ ਦਾ ਵੀ ਜਿਹੜਾ ਅੱਗੇ ਚੱਲ ਕੇ ਪ੍ਰਬੰਧ ਕੀਤਾ ਜਾਂਦਾ ਸੀ। ਤੇ ਹੋਰ ਵੀ ਜਿਹੜਾ ਬਹੁਤ ਸਾਰੇ ਕੰਮ ਹੁੰਦੇ ਨੇ ਉਹਨਾਂ ਦੇ ਉੱਪਰ ਖਰਚਾ ਕੀਤਾ ਜਾਂਦਾ ਸੀ, ਤੇ ਇਹ ਜਿਹੜਾ ਕਰ ਦੇ ਰੂਪ ਵਿੱਚ ਹੀ ਜਿਹੜਾ ਧਨ ਪ੍ਰਾਪਤ ਕੀਤਾ ਜਾਂਦਾ ਸੀ ਉਸੇ ਦੁਆਰਾ ਹੀ ਇਹ ਸਭ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਚੰਦਰਗੁਪਤ ਮੌਰਿਆ ਨੇ ਜਿਹੜਾ ਗੁਜਰਾਤ ਦੇ ਵਿੱਚ ਸੁਦਰਸ਼ਨ ਨਾਮਕ ਇੱਕ ਜਿਹੜਾ ਵਿਸ਼ਾਲ ਝੀਲ ਦਾ ਨਿਰਮਾਣ ਕਰਾਇਆ ਸੀ, ਤਾਂ ਕਿ ਜਿਹੜਾ ਲੋਕਾਂ ਨੂੰ ਸਿੰਚਾਈ ਦੇ ਲਈ ਜਿਹੜਾ ਪਾਣੀ ਹੈਗਾ ਉਹ ਆਸਾਨੀ ਨਾਲ ਪ੍ਰਾਪਤ ਹੋ ਸਕੇ, ਜਿਸ ਨਾਲ ਸਿੰਚਾਈ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋ ਸਕੇ।